ਹੈਲੋ ਸਟੂਡੈਂਟਸ ਬੱਚੇ ਅੱਜ ਆਪਾਂ ਕਰਨਾ ਹੈ ਇੱਕ ਟੌਪਿਕ। ਇਹ +1 ਦਾ ਟੌਪਿਕ ਹੈ, ਠੀਕ ਹੈ, ਬਟ ਇਹ ਕਾਫੀ ਯੂਜ਼ ਆਉਂਦਾ ਹੈ, ਠੀਕ ਹੈ। ਆਰਗੈਨਿਕ ਦੇ ਵਿੱਚ ਇਹਦਾ ਕਾਫੀ ਯੂਜ਼ ਹੈ, ਇੰਪੋਰਟੈਂਟ ਰੋਲ ਹੈ ਇਹਦਾ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ ਆ। ਇਹ ਇੰਡਕਟਿਵ ਇਫੈਕਟ, ਠੀਕ ਹੈ, ਜਾਂ ਇਹਨੂੰ ਆਪਾਂ ਬੋਲ ਦਿੰਦੇ ਹਾਂ ਆਈ ਇਫੈਕਟ। ਇੰਡਕਟਿਵ ਇਫੈਕਟ ਔਰ ਆਈ ਇਫੈਕਟ ਇਹਦੇ ਵਿੱਚ ਹੁੰਦਾ ਕੀ ਹੈ, ਦੇਖੋ ਕਾਰਬਨ ਤੇ ਕੋਈ ਐਕਸ ਗਰੁੱਪ ਆ, ਇਹਦੇ ਵਿੱਚ ਕੀ ਬਣਿਆ ਆ, ਕੋਵਲੈਂਟ ਬੌਂਡ ਬਣਿਆ ਹੋਇਆ ਹੈ, ਠੀਕ ਹੈ। ਜੇ ਆਪਾਂ ਲਿਖਦੇ ਪਏ ਆ ਐਕਸ ਇਜ਼ ਮੋਰ ਇਲੈਕਟ੍ਰੋਨੈਗੇਟਿਵ, ਆਪਾਂ ਕੀ ਲਿਖਤਾ ਐਕਸ ਇਜ਼ ਮੋਰ ਇਲੈਕਟ੍ਰੋਨੈਗੇਟਿਵ, ਠੀਕ ਹੈ। ਐਕਸ ਜ਼ਿਆਦਾ ਇਲੈਕਟ੍ਰੋਨੈਗੇਟਿਵ ਆ। ਇਲੈਕਟ੍ਰੋਨੈਗੇਟਿਵ ਕੀ ਹੁੰਦਾ, ਇਲੈਕਟ੍ਰੋਨੈਗੇਟਿਵਿਟੀ ਹੁੰਦੀ ਆ, ਇਹ ਨਾਲ ਲਿਖ ਦਿੰਦੇ ਆ ਇਲੈਕਟ੍ਰੋਨੈਗੇਟਿਵਿਟੀ ਕੀ ਹੁੰਦੀ ਹੈ। ਜੇ ਤੁਹਾਨੂੰ ਪਤਾ ਤਾਂ ਸੋਚ ਲਓ ਕੀ ਹੁੰਦੀ ਹੈ। ਇਲੈਕਟ੍ਰੋਨੈਗੇਟਿਵਿਟੀ ਹੁੰਦੀ ਹੈ ਟੈਂਡੈਂਸੀ ਟੂ ਅਟਰੈਕਟ, ਕਈ ਵਾਰੀ ਗਲਤ ਵੀ ਦੱਸ ਹੋ ਜਾਂਦਾ, ਠੀਕ ਹੈ। ਸੋ ਟੈਨਸ਼ਨ ਨਹੀਂ ਲੈਣੀ, ਉਹਨੂੰ ਸਹੀ ਕਰ ਲੈਣਾ ਅਤੇ ਮੈਨੂੰ ਦੱਸ ਦੇਣਾ ਕਿੱਥੇ ਮੇਰੀ ਗਲਤੀ ਹੈ। ਇਲੈਕਟ੍ਰੋਨੈਗੇਟਿਵਿਟੀ ਹੁੰਦੀ ਹੈ ਟੈਂਡੈਂਸੀ ਟੂ ਅਟਰੈਕਟ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ, ਅਟਰੈਕਟ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ। ਹੁਣ ਦੇਖੋ ਇਹਨਾਂ ਨੇ ਸ਼ੇਅਰਿੰਗ ਕਰਕੇ ਬੌਂਡ ਬਣਾਇਆ ਹੋਇਆ, ਐਕਸ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ। ਇਹਨੇ ਕੀ ਕਰਨਾ, ਇਹਨੇ ਆਹ ਜਿਹੜੇ ਜਿੱਦਾਂ ਇੱਕ ਜਿਹੜਾ ਬੌਂਡ ਆ, ਹੁਣ ਆਹ ਦੇਖੋ ਜੇ ਆਪਾਂ ਗੱਲ ਕਰੀਏ ਬੌਂਡ ਇਸੇ ਤਰ੍ਹਾਂ ਹੀ ਬਣਦਾ। ਇਹਨੇ ਇਹਨਾਂ ਦੇ ਵਿੱਚ ਸ਼ੇਅਰਿੰਗ ਹੋਈ ਹੋਆ, ਠੀਕ ਹੈ, 2 ਇਲੈਕਟ੍ਰੋਨਸ ਤੋਂ ਬਣਿਆ ਆ। ਹੁਣ ਹੁੰਦਾ ਕੀ ਆ, ਜਿਹੜਾ ਐਕਸ ਜ਼ਿਆਦਾ ਇਲੈਕਟ੍ਰੋਨੈਗੇਟਿਵ ਆ, ਪਹਿਲਾਂ ਇਹਨਾਂ ਨੇ ਸ਼ੇਅਰਿੰਗ ਕਰ ਲਈ, ਫਿਰ ਉਹਨੇ ਕਰਨਾ ਜਿਹੜਾ ਇਹ ਵਾਲਾ ਇਲੈਕਟ੍ਰੋਨ ਆ ਉਹਨੂੰ ਆਪਣੇ ਵੱਲ ਖਿੱਚ ਲੈਣਾ। ਜਿਸ ਆਪਣੇ ਵੱਲ ਖਿੱਚਣਾ, ਇੱਧਰ ਕਿਹੜਾ ਚਾਰਜ ਹੋ ਜਾਣਾ, ਪਾਰਸ਼ੀਅਲ ਨੈਗੇਟਿਵ, ਇੱਧਰ ਕਿਹੜਾ ਚਾਰਜ ਹੋ ਜਾਣਾ, ਪਾਰਸ਼ੀਅਲ ਪੋਜ਼ੀਟਿਵ, ਠੀਕ ਹੈ। ਇਸ ਤਰ੍ਹਾਂ ਚੱਲਣਾ, ਆਪਾਂ ਇਹਨੂੰ ਇੱਦਾਂ ਐਰੋ ਲਗਾ ਦੇਣਾ ਕਿ ਜਿਹੜਾ ਇਲੈਕਟ੍ਰੋਨੈਗੇਟਿਵ ਆ ਉਹਨੇ ਇਲੈਕਟ੍ਰੋਨ ਆਪਣੇ ਵੱਲ ਖਿੱਚ ਲਿਆ, ਠੀਕ ਹੈ। ਜੇ ਕੋਈ ਇਹ ਬੌਂਡ ਹੈ, ਠੀਕ ਹੈ, ਜੇ ਹੁਣ ਆਪਾਂ ਇਹਦੇ ਵਿੱਚ ਕਹਿ ਦਈਏ ਕਿ ਵਾਈ ਲੈਸ ਇਲੈਕਟ੍ਰੋਨੈਗੇਟਿਵ ਆ ਕਾਰਬਨ ਦੇ ਕੰਪੈਰੀਜ਼ਨ 'ਚ, ਵਾਈ ਇਜ਼ ਲੈਸ ਇਲੈਕਟ੍ਰੋਨੈਗੇਟਿਵ, ਇਹਦੇ ਵਿੱਚ ਕੀ ਹੋਣਾ, ਹੁਣ ਫਿਰ ਜੇ ਵਾਈ ਲੈਸ ਇਲੈਕਟ੍ਰੋਨੈਗੇਟਿਵ ਆ, ਕਾਰਬਨ ਇਲੈਕਟ੍ਰੋਨੈਗੇਟਿਵ ਹੋ ਗਈ, ਕਾਰਬਨ ਨੇ ਸ਼ੇਅਰ ਪੇਅਰ ਨੂੰ ਆਪਣੇ ਵੱਲ, ਜਿਹੜਾ ਇਲੈਕਟ੍ਰੋਨ ਸ਼ੇਅਰ ਹੋਇਆ ਉਹਨੂੰ ਆਪਣੇ ਵੱਲ ਖਿੱਚ ਲੈਣਾ, ਠੀਕ ਹੈ। ਤੇ ਕਾਰਬਨ 'ਤੇ ਨੈਗੇਟਿਵ ਚਾਰਜ ਆ ਜਾਣਾ, ਦੂਸਰੇ ਪਾਸੇ ਵਾਈ 'ਤੇ ਪੋਜ਼ੀਟਿਵ ਚਾਰਜ, ਓਕੇ। ਇਹ ਚੀਜ਼ ਤੁਹਾਨੂੰ ਸਮਝ ਆ ਗਈ ਹੋਣੀ ਆ। ਹੁਣ ਅੱਗੇ ਚੱਲਦੇ ਹਾਂ ਬੇਟਾ, ਅੱਗੇ ਦੇਖੋ ਇੱਕ ਐਗਜ਼ਾਮਪਲ। ਇਹ ਆ ਹੁਣ ਕਾਰਬਨ ਕੀ ਆ, ਕਾਰਬਨ ਤੇ ਕਲੋਰੀਨ ਦੇ ਵਿੱਚੋਂ ਇਲੈਕਟ੍ਰੋਨੈਗੇਟਿਵ ਕੌਣ ਆ, ਕਲੋਰੀਨ ਇਲੈਕਟ੍ਰੋਨੈਗੇਟਿਵ ਆ, ਕਲੋਰੀਨ ਨੇ ਇਲੈਕਟ੍ਰੋਨ ਖਿੱਚਿਆ। ਹੁਣ ਜਦੋਂ ਕਲੋਰੀਨ ਇਲੈਕਟ੍ਰੋਨੈਗੇਟਿਵ ਖਿੱਚੂਗੀ, ਹੁਣ ਇਹਦੇ ਕੋਲ ਇਸ ਤਰ੍ਹਾਂ ਇਲੈਕਟ੍ਰੋਨ ਖਿੱਚਿਆ, ਜੇ ਇਲੈਕਟ੍ਰੋਨ ਖਿੱਚਦੀ ਪਈ ਇਹਦੇ ਤੋਂ, ਜੇ ਇਲੈਕਟ੍ਰੋਨ ਖੋਇਆ ਇੱਧਰ ਕਿਹੜਾ ਚਾਰਜ ਹੋ ਜਾਣਾ, ਪੋਜ਼ੀਟਿਵ, ਠੀਕ ਹੈ। ਇਹਨੂੰ ਆਪਾਂ ਲਿਖ ਲਿਆ ਡੈਲਟਾ ਪੋਜ਼ੀਟਿਵ। ਹੁਣ ਉਹ ਕਲੋਰੀਨ ਇਹਦੇ ਕੋਲੋਂ ਵੀ ਇਲੈਕਟ੍ਰੋਨ ਖਿੱਚ ਸਕਦੀ ਹੈ, ਇੱਥੇ ਕਿਹੜਾ ਚਾਰਜ ਜਾਣਾ, ਇੱਥੇ ਲਿਖ ਦਿਓ ਡੈਲਟਾ ਡੈਸ਼ ਪੋਜ਼ੀਟਿਵ। ਇਹਦੇ ਕੋਲੋਂ ਵੀ ਖਿੱਚੂਗੀ ਡੈਲਟਾ ਡਬਲ ਡੈਸ਼ ਪੋਜ਼ੀਟਿਵ, ਡੈਲਟਾ ਟ੍ਰਿਪਲ ਡੈਸ਼ ਪੋਜ਼ੀਟਿਵ। ਹੁਣ ਇਹ ਤੁਸੀਂ ਆਪਣੇ ਦਿਮਾਗ ਨਾਲ ਸੋਚਣਾ ਆ ਕਿ ਕਲੋਰੀਨ ਸਭ ਤੋਂ ਜ਼ਿਆਦਾ ਇਲੈਕਟ੍ਰੋਨ ਕਿਹਦੇ ਕੋਲੋਂ ਖਿੱਚ ਸਕਦੀ ਹੈ, ਜਿਹੜਾ ਉਹਦੇ ਲਾਗੇ ਹੋਊਗਾ ਜਾਂ ਜਿਹੜਾ ਦੂਰ ਹੋਊਗਾ। ਜਿਹੜਾ ਉਹਦੇ ਜਿੰਨਾ ਨਜ਼ਦੀਕ ਆ ਉਨੇ ਜ਼ਿਆਦਾ ਇਲੈਕਟ੍ਰੋਨ ਉਹਦੇ ਕੋਲੋਂ ਖਿੱਚ ਸਕਦੀ ਹੈ, ਠੀਕ ਹੈ। ਸੋ ਤੁਸੀਂ ਯਾਦ ਰੱਖਣਾ, ਸਭ ਤੋਂ ਜ਼ਿਆਦਾ ਇਲੈਕਟ੍ਰੋਨ ਕਿਹਦੇ ਕੋਲੋਂ ਖਿੱਚਦੀ ਪਈ ਹੈ, ਠੀਕ ਹੈ ਬੱਚੇ। ਸਭ ਤੋਂ ਜ਼ਿਆਦਾ ਕਿਹਦੇ ਕੋਲੋਂ ਖਿੱਚੂਗੀ, ਆਹ ਵਾਲੀ ਕੋਲ, ਮੀਨਸ ਡੈਲਟਾ ਜਿਹੜਾ ਪੋਜ਼ੀਟਿਵ ਆ ਇਹ ਸਭ ਤੋਂ ਵੱਡਾ ਹੋਣਾ, ਇਹ ਤੋਂ ਥੋੜ੍ਹਾ ਘੱਟ ਖਿੱਚੂਗੀ, ਇਹ ਦੂਸਰੇ ਨੰਬਰ 'ਤੇ ਆ ਜਾਣਾ, ਇਹ ਤੋਂ ਹੋਰ ਘੱਟ ਇਲੈਕਟ੍ਰੋਨ ਵਿਦਡਰੋ ਕਰੂਗੀ, ਅਤੇ ਲਾਸਟ ਵਾਲਾ ਜਿਹੜਾ ਹੋਣਾ ਆ ਉਹ ਇਹ ਵਾਲਾ, ਠੀਕ ਹੈ। ਇਹ ਆਰਡਰ ਵੀ ਯਾਦ ਰੱਖਣਾ ਹੈ, ਠੀਕ ਹੈ। ਉਹਦੇ ਬਾਅਦ 'ਚ ਆਪਾਂ ਕਰਨਾ ਟਾਈਪਸ ਆਫ ਇੰਡਕਟਿਵ ਇਫੈਕਟ, ਟਾਈਪਸ ਆਫ ਇੰਡਕਟਿਵ ਇਫੈਕਟ। ਇੰਡਕਟਿਵ ਇਫੈਕਟ 2 ਟਾਈਪਸ ਦਾ ਹੁੰਦਾ ਹੈ, ਠੀਕ ਹੈ।
ਇੱਕ ਹੁੰਦਾ ਇਹਨੂੰ ਆਪਾਂ ਲਿਖ ਦਿੰਦੇ ਮਾਈਨਸ ਆਈ ਇਫੈਕਟ ਔਰ ਐਂਡ ਪਲੱਸ ਆਈ ਇਫੈਕਟ ਦੋਨੋਂ ਪੜ੍ਹਨੇ ਆ। ਮਾਈਨਸ ਆਈ ਇਫੈਕਟ ਵੀ ਪੜ੍ਹਨਾ ਆ, ਪਲੱਸ ਆਈ ਇਫੈਕਟ ਵੀ ਪੜ੍ਹਨਾ ਹੈ, ਠੀਕ ਹੈ। ਹੁਣ ਜਿਹੜਾ ਮਾਈਨਸ ਆਈ ਇਫੈਕਟ ਆ ਉਹ ਪਹਿਲਾਂ ਆਪਾਂ ਉਹੀ ਸਟੱਡੀ ਕਰਦੇ ਹਾਂ, ਉਹਨੂੰ ਬੋਲਦੇ ਹਾਂ ਇਲੈਕਟ੍ਰੋਨ ਵਿਦਡਰਾਇੰਗ ਇੰਡਕਟਿਵ ਇਫੈਕਟ। ਮਤਲਬ ਕਿ ਜਦੋਂ ਇਲੈਕਟ੍ਰੋਨ ਉਹ ਵਿਦਡਰਾ ਕਰਦਾ ਪਿਆ, ਵਿਦਡਰਾ ਮੀਨਸ ਇਲੈਕਟ੍ਰੋਨ ਖਿੱਚ ਰਿਹਾ ਹੈ, ਠੀਕ ਹੈ। ਜੇ ਕੋਈ ਇਲੈਕਟ੍ਰੋਨ ਆਪਣੇ ਵੱਲ ਖਿੱਚ ਰਿਹਾ ਹੈ, ਠੀਕ ਹੈ, ਜੇ ਇਲੈਕਟ੍ਰੋਨ ਵਿਦਡਰਾ ਕਰ ਰਿਹਾ ਐਕਸ ਤੇ ਇਹਦੇ ਤੇ ਕਿਹੜਾ ਚਾਰਜ ਆਉਂਦਾ ਪਿਆ, ਨੈਗੇਟਿਵ। ਸੋ ਤੁਸੀਂ ਇਹਨੂੰ ਯਾਦ ਰੱਖਣਾ ਆਈ ਨੈਗੇਟਿਵ, ਠੀਕ ਹੈ। ਇਹਨੂੰ ਆਪਾਂ ਕਿਆ ਬੋਲਦੇ ਹਾਂ, ਮਾਈਨਸ ਆਈ ਇਫੈਕਟ। ਜਿਹਦੇ ਵਿੱਚ ਐਟਮ ਕੀ ਕਰ ਰਿਹਾ, ਇਲੈਕਟ੍ਰੋਨ ਖਿੱਚ ਰਿਹਾ, ਉਹਨਾਂ ਨੂੰ ਆਪਾਂ ਕਿਆ ਬੋਲਦੇ ਪਏ ਹਾਂ, ਇਲੈਕਟ੍ਰੋਨ ਵਿਦਡਰਾਇੰਗ ਜਾਂ ਮਾਈਨਸ ਆਈ ਇਫੈਕਟ। ਓਕੇ, ਠੀਕ ਹੈ ਬੱਚੇ। ਇਹਦੇ ਵਿੱਚ ਦੇਖੋ ਜ਼ਿਆਦਾ ਕੀ ਮੇਨ ਤੁਸੀਂ ਕੀ ਯਾਦ ਰੱਖਣਾ, ਇਲੈਕਟ੍ਰੋਨ ਵਿਦਡਰਾ ਮੀਨਸ ਤੁਹਾਡੇ ਕੋਲ ਦੋ ਬੌਂਡ ਹੈ, ਠੀਕ ਹੈ। ਇਹਦੇ ਵਿੱਚੋਂ ਐਕਸ ਜੇ ਇਲੈਕਟ੍ਰੋਨੈਗੇਟਿਵ ਹੋਊਗਾ, ਇਹਨੇ ਕੀ ਕਰਨਾ, ਇਲੈਕਟ੍ਰੋਨ ਖਿੱਚਣਾ ਹੈ ਆਪਣੇ ਵੱਲ, ਠੀਕ ਹੈ। ਜੇ ਇਲੈਕਟ੍ਰੋਨ ਖਿੱਚ ਰਿਹਾ ਇੱਥੇ ਕਿਹੜਾ ਚਾਰਜ ਆ ਰਿਹਾ, ਨੈਗੇਟਿਵ। ਸੋ ਇਹ ਕਿਹੜਾ ਮਾਈਨਸ ਆਈ ਇਫੈਕਟ ਜਾਂ ਇਲੈਕਟ੍ਰੋਨ ਵਿਦਡਰਾਇੰਗ ਇੰਡਕਟਿਵ ਇਫੈਕਟ। ਇਲੈਕਟ੍ਰੋਨ ਵਿਦਡਰਾਇੰਗ ਇੰਡਕਟਿਵ ਇਫੈਕਟ ਕਿਹਨਾਂ ਨੇ ਦੇਣਾ ਆ, ਤੁਸੀਂ ਇਹ ਯਾਦ ਰੱਖਣਾ, ਜਿਹੜਾ ਇਲੈਕਟ੍ਰੋਨ ਵਿਦਡਰੋ ਕਿਹਨੇ ਕਰਨੇ ਆ, ਜਾਂ ਤਾਂ ਉਹਦੇ ਵਿੱਚ ਡਬਲ ਬੌਂਡ ਜਾਂ ਟ੍ਰਿਪਲ ਬੌਂਡ ਹੋਵੇ, ਠੀਕ ਹੈ। ਜਿਹੜੇ ਕੰਪਾਊਂਡ ਦੇ ਵਿੱਚ ਡਬਲ ਬੌਂਡ ਜਾਂ ਟ੍ਰਿਪਲ ਬੌਂਡ ਹੋਊਗਾ ਉਹਦਾ ਕਿਹੜਾ ਨੇਚਰ ਹੋਊਗਾ, ਇਲੈਕਟ੍ਰੋਨ ਵਿਦਡਰਾਇੰਗ, ਜਾਂ ਉਹ ਇਲੈਕਟ੍ਰੋਨੈਗੇਟਿਵ ਹੋਵੇ। ਕੀ ਹੋਵੇ, ਇਲੈਕਟ੍ਰੋਨੈਗੇਟਿਵ ਹੋਵੇ, ਠੀਕ ਹੈ। ਇਲੈਕਟ੍ਰੋਨੈਗੇਟਿਵ ਮੀਨਸ ਜਿਹੜੀ ਜਾਂ ਹੈਲੋਜਨ ਫੈਮਿਲੀ, ਇਹ ਯਾਦ ਰੱਖਣਾ ਕਿਹੜੀ, ਹੈਲੋਜਨ ਫੈਮਿਲੀ ਸਾਰੇ ਕੀ ਆਣੇ ਆ, ਉਹਨਾਂ ਨੇ ਕਿਹੜਾ ਇਫੈਕਟ ਦੇਣਾ, ਇਲੈਕਟ੍ਰੋਨ ਵਿਦਡਰਾਇੰਗ ਇੰਡਕਟਿਵ ਇਫੈਕਟ, ਠੀਕ ਹੈ। ਕਿ ਇਹਨਾਂ ਦੀ ਮਾਈਨਸ ਆਈ ਦੀ ਡਿਕਰੀਜ਼ਿੰਗ ਆਰਡਰ ਵਾਲੇ ਆ, ਠੀਕ ਹੈ ਨਾ। ਇਹਨੂੰ ਦੇਖ ਲਓ, ਇਹਨੂੰ ਨੋਟ ਕਰ ਲੈਣਾ, ਇਹ ਯਾਦ ਰੱਖਣਾ। ਸਭ ਤੋਂ ਜ਼ਿਆਦਾ ਜਿਹੜਾ ਇਲੈਕਟ੍ਰੋਨ ਵਿਦਡਰਾਇੰਗ ਇਫੈਕਟ ਸ਼ੋ ਕਰਨਾ NO2 ਨੇ, ਉਹਦੇ ਬਾਅਦ 'ਚ ਕਰਨਾ SO3H ਨੇ, ਥਰਡ CN ਸਾਇਨਾਈਡ, ਠੀਕ ਹੈ, ਜਾਂ ਸਾਈਨੋ ਜੋ ਮਰਜ਼ੀ ਬੋਲੋ, C ਡਬਲ ਬੌਂਡ OH ਐਸਿਡ। ਫਿਰ ਇਹਦੇ ਬਾਅਦ 'ਚ ਫਲੋਰੀਨ, ਕਲੋਰੀਨ, ਬਰੋਮੀਨ, ਆਇਓਡੀਨ। ਆਹ ਚੀਜ਼ ਮਾਈਨਸ ਨਹੀਂ ਗਾ, ਬੌਂਡ ਆ, ਠੀਕ ਹੈ। ਮਤਲਬ ਕਿ ਕਾਰਬਨ ਦੇ ਨਾਲ ਜੇ ਇਹ ਵਾਲਾ ਜੁੜਿਆ ਤਾਂ ਇਹਦਾ ਨੇਚਰ ਕਿਹੜਾ, ਇਲੈਕਟ੍ਰੋਨ ਵਿਦਡਰਾਇੰਗ। ਇੱਧਰ ਨੂੰ ਜਿਹੜਾ ਇਲੈਕਟ੍ਰੋਨ ਵਿਦਡਰਾਇੰਗ ਨੇਚਰ ਉਹ ਡਿਕਰੀਜ਼ ਹੋ ਰਿਹਾ, ਠੀਕ ਹੈ। ਤੇ ਫਿਰ ਆ ਜਾਂਦਾ ਮਿਥੋਕਸੀ ਗਰੁੱਪ COCH3 ਤੇ ਲਾਸਟ C6H5 ਫਿਨਾਈਲ, ਤੇ ਉਹਦੇ ਬਾਅਦ 'ਚ ਲਾਸਟ ਦੇ ਵਿੱਚ ਹਾਈਡਰੋਜਨ। ਇਹ ਯਾਦ ਰੱਖਣਾ, ਠੀਕ ਹੈ। ਬੜਾ ਸਿੰਪਲ ਜਿਹਾ ਹੀ ਹੈ, NO2 SO3H CN COOH ਫਿਰ FCl BRI ਮਿਥੋਕਸੀ ਫਿਨਾਈਲ ਤੇ ਹਾਈਡਰੋਜਨ। ਇਹ ਆਰਡਰ ਯਾਦ ਰੱਖਣਾ, ਠੀਕ ਹੈ। ਇਹ ਜਿਹੜੇ ਆਪਾਂ ਅੱਗੇ ਕੁਐਸਚਨ ਕਰਨੇ ਆ ਉਹਨਾਂ ਦੇ ਵਿੱਚ ਤਾਂ ਕਾਫੀ ਯੂਜ਼ ਆਉਣਾ ਹੈ ਬੱਚੇ। ਸੈਕਿੰਡ ਹੈਗਾ ਇਲੈਕਟ੍ਰੋਨ ਰਿਲੀਜ਼ਿੰਗ ਇੰਡਕਟਿਵ ਇਫੈਕਟ ਜਾਂ ਪਲੱਸ ਆਈ। ਹੁਣ ਦੇਖੋ ਕਾਰਬਨ ਆ X ਆ, ਜੇ ਇਹਦਾ ਨੇਚਰ ਇਲੈਕਟ੍ਰੋਨ ਰਿਲੀਜ਼ਿੰਗ ਆ ਮੀਨਸ ਇਹਨੇ ਇਲੈਕਟ੍ਰੋਨ ਰਿਲੀਜ਼ ਕਰਤਾ ਮੀਨਸ ਇਹਨੇ ਇਲੈਕਟ੍ਰੋਨ ਦੇ ਦਿੱਤਾ। ਜੇ ਇਹ ਐਟਮ ਇਲੈਕਟ੍ਰੋਨ ਦੇ ਰਿਹਾ, ਇਹਦੇ ਸਿਰ ਤੇ ਕਿਹੜਾ ਚਾਰਜ ਆ ਜਾਣਾ, ਇਹਦੇ ਸਿਰ ਤੇ ਪੋਜ਼ਿਟਿਵ। ਇਲੈਕਟ੍ਰੋਨ ਮੀਨਸ ਨੈਗੇਟਿਵ ਚਾਰਜ ਬਾਹਰ ਚਲ ਗਿਆ, ਜੇ ਨੈਗੇਟਿਵ ਚਾਰਜ ਬਾਹਰ ਗਿਆ ਇਹਦੇ ਸਿਰ ਤੇ ਕਿਹੜਾ ਚਾਰਜ ਆ ਜਾਣਾ, ਪੋਜ਼ਿਟਿਵ, ਠੀਕ ਹੈ। ਇਹਦੇ ਅਕੋਰਡਿੰਗ ਤੁਸੀਂ ਯਾਦ ਰੱਖਣਾ ਆ। ਇੱਦਾਂ ਹੀ ਇਹਦੀ ਸਟਰੈਂਥ ਆ ਸਭ ਤੋਂ ਜ਼ਿਆਦਾ ਕਿਹਨੇ ਦੇਣਾ, ਟਰਸ਼ਰੀ ਬਿਊਟਾਈਲ ਨੇ, ਠੀਕ ਹੈ। ਟਰਸ਼ਰੀ ਬਿਊਟਾਈਲ ਇਸ ਤਰ੍ਹਾਂ, ਠੀਕ ਹੈ। ਥੋੜ੍ਹਾ ਸੋਹਣਾ ਕਰਕੇ ਲਿਖਦਾ ਮੈਂ ਜ਼ਿਆਦਾ, ਫਿਰ ਇਹ ਤੁਹਾਨੂੰ ਪਤਾ ਲੱਗਣਾ ਹੈ। ਜੇ ਇਹ ਵਾਲਾ ਗਰੁੱਪ ਲੱਗਾ ਹੋਇਆ ਹੈ, ਠੀਕ ਹੈ, ਇਹਨੂੰ ਬੋਲਦੇ ਆ ਟਰਸ਼ਰੀ ਬਿਊਟਾਈਲ। ਟਰਸ਼ਰੀ ਬਿਊਟਾਈਲ ਜੇ ਇਹ ਵਾਲਾ ਗਰੁੱਪ ਲੱਗਾ ਹੋਇਆ, ਇਹਦਾ ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਸਭ ਤੋਂ ਜ਼ਿਆਦਾ ਹੁੰਦਾ, ਕਿਉਂਕਿ ਇਹਦੇ ਵਿੱਚ ਦੇਖੋ ਤੁਸੀਂ ਯਾਦ ਰੱਖਣਾ ਜਿਹੜੇ ਐਲਕਾਈਲ ਗਰੁੱਪ ਆ, ਐਲਕਾਈਲ ਗਰੁੱਪ ਮੀਨਸ ਕਾਰਬਨ ਵਾਲੇ ਐਲਕਾਈਲ ਗਰੁੱਪ ਕੀ ਆ, ਸਾਰੇ ਹੀ ਇਲੈਕਟ੍ਰੋਨ ਰਿਲੀਜ਼ਿੰਗ ਆ। ਐਲਕਾਈਲ ਗਰੁੱਪ ਕੀ ਆ, ਇਲੈਕਟ੍ਰੋਨ ਰਿਲੀਜ਼ਿੰਗ। ਟਰਸ਼ਰੀ ਬਿਊਟਾਈਲ ਸਭ ਤੋਂ ਜ਼ਿਆਦਾ ਇਹਦਾ ਇਲੈਕਟ੍ਰੋਨ ਰਿਲੀਜ਼ਿੰਗ ਇਫੈਕਟ ਹੁੰਦਾ ਹੈ। ਫਿਰ ਉਹਦੇ ਬਾਅਦ ਵਿੱਚ ਇੱਕ ਕਾਰਬਨ ਦੀ ਜਗ੍ਹਾ ਹਾਈਡਰੋਜਨ ਲਾ ਦਿਓ,
ਇਹਦਾ ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਥੋੜਾ ਕੁ ਘਟ ਜਾਂਦਾ ਹੈ, ਠੀਕ ਹੈ। ਇਹਨੂੰ ਬੋਲਦੇ ਆ ਆਈਸੋਪ੍ਰੋਪਾਈਲ, ਆਈਸੋਪ੍ਰੋਪਾਈਲ, ਠੀਕ ਹੈ। ਫਿਰ ਉਹਦੇ ਬਾਅਦ ਵਿੱਚ ਆ ਜਾਂਦਾ, ਇਹ ਆ ਗਿਆ ਤੁਹਾਡਾ ਆਈਸੋਪ੍ਰੋਪਾਈਲ, ਇਹਦਾ ਤੁਹਾਡਾ ਰਹਿ ਗਿਆ ਇਹ ਇੱਧਰ ਜੁੜਿਆ ਹੋਇਆ ਹੈ, ਠੀਕ ਹੈ। ਆਈਸੋਪ੍ਰੋਪਾਈਲ, ਆਈਸੋਪ੍ਰੋਪਾਈਲ ਤੋਂ ਬਾਅਦ 'ਚ ਇੱਕ ਐਨ ਪ੍ਰੋਪਾਈਲ, ਚਲੋ ਉਹਨੂੰ ਛੱਡ ਦਿਓ। ਇਹ ਵਾਲਾ ਕਿਹੜਾ ਆ ਗਿਆ ਇਥਾਈਲ, ਇਹਦਾ ਹੋਰ ਘੱਟ ਹੋਣਾ ਆ। ਤੇ ਜੇ ਆਪਾਂ ਇਹਦੀ ਗੱਲ ਕਰੀਏ, ਇਕੱਲੇ ਇਹਦੀ ਮਿਥਾਈਲ ਗਰੁੱਪ ਹੋਰ ਤੇ ਹਾਈਡਰੋਜਨ ਸਭ ਤੋਂ ਘੱਟ, ਠੀਕ ਹੈ। ਤੁਸੀਂ ਇੰਨਾ ਕੁ ਯਾਦ ਰੱਖਣਾ ਕਿ ਜਿੰਨੇ ਅਲਕਾਈਲ ਗਰੁੱਪ ਜ਼ਿਆਦਾ ਆ ਉਨਾ ਉਹਦਾ ਕੀ ਆ ਇਲੈਕਟ੍ਰੋਨ ਰਿਲੀਜ਼ ਕਰਨ ਦੀ ਟੈਂਡੈਂਸੀ ਜ਼ਿਆਦਾ ਆ, ਠੀਕ ਹੈ। ਇਹਨਾਂ ਨੇ ਇਲੈਕਟ੍ਰੋਨ ਦੇਣੇ ਆ, ਤਾਂ ਕਰਕੇ ਇਹਨਾਂ ਨੂੰ ਕਿਆ ਬੋਲਦੇ ਆ ਇਲੈਕਟ੍ਰੋਨ ਰਿਲੀਜ਼ਿੰਗ ਇੰਡਕਟਿਵ ਇਫੈਕਟ ਜਾਂ ਪਲੱਸ ਆਈ ਇਫੈਕਟ। ਜਿਨ੍ਹਾਂ ਨੇ ਇਲੈਕਟ੍ਰੋਨ ਵਿਦਡਰਾ ਕਰਨੇ ਆ, ਇਲੈਕਟ੍ਰੋਨ ਵਿਦਡਰਾਇੰਗ ਨੇਚਰ ਹੁੰਦਾ ਉਹਨਾਂ ਦਾ, ਤੇ ਉਹਨਾਂ ਨੇ ਮਾਈਨਸ ਆਈ ਇਫੈਕਟ ਦੇਣਾ ਹੈ, ਠੀਕ ਹੈ। ਇਹਨਾਂ ਦੀ ਹੁਣ ਐਪਲੀਕੇਸ਼ਨਸ ਮੇਨ ਆ ਜਿਹੜੀਆਂ ਗਾਂਹ ਜਾ ਕੇ ਸਾਰਿਆਂ ਨੂੰ ਇਹਦੇ ਬੇਸ ਤੇ ਹੀ ਕੁਐਸਚਨ ਆਉਂਦੇ ਆ, ਠੀਕ ਹੈ। ਕੋਈ ਵੀ ਪੇਪਰ ਹੋਵੇ ਇਹਦੇ ਬੇਸ ਤੇ ਹੀ ਕੁਐਸਚਨ ਆਉਣਾ ਹੈ, ਠੀਕ ਹੈ। ਫਸਟ ਆਪਾਂ ਐਪਲੀਕੇਸ਼ਨਸ ਲਿਖਦੇ ਹਾਂ, ਠੀਕ ਹੈ ਬੇਟਾ। ਉਹਦੇ ਬਾਅਦ 'ਚ ਆਪਾਂ ਕਰਨੀਆਂ ਐਪਲੀਕੇਸ਼ਨਸ ਆਫ ਇੰਡਕਟਿਵ ਇਫੈਕਟ। ਪਹਿਲਾਂ ਆਉਂਦੀਆਂ ਰਿਲੇਟਿਵ ਸਟਰੈਂਥ ਆਫ ਆਰਗੈਨਿਕ ਐਸਿਡਸ। ਤੁਹਾਡੇ ਕੋਲ ਪਹਿਲਾਂ ਮੈਂ ਐਸਟਿਕ ਐਸਿਡ ਲਿਖਿਆ CH3, ਐਸਿਟਿਕ ਐਸਿਡ ਹੈ, ਠੀਕ ਹੈ। ਇੱਕ ਹੋਰ ਐਸਿਡ ਲਿਖ ਲੈਂਦੇ ਫਾਰਮਿਕ ਐਸਿਡ, ਤੇ ਇੱਕ ਲਿਖ ਲੈਂਦੇ ਆ ਹੁਣ ਕਲੋਰੋ ਐਸਿਟਿਕ ਐਸਿਡ। ਨਾਮ ਵੀਡੀਓ ਦੇ ਅਕੋਰਡਿੰਗ ਲਿਖ ਲੈਣੇ, ਠੀਕ ਹੈ। ਤੇ ਉਹਦੇ ਬਾਅਦ 'ਚ ਹਾਂ ਪਹਿਲਾਂ ਇਹ ਦੇਖ ਲੈਂਦੇ ਹਾਂ। ਹੁਣ ਜੇ ਤੁਹਾਨੂੰ ਕੋਈ ਪੁੱਛਦਾ ਪਿਆ ਕਿ ਆਊਟ ਆਫ ਐਸਟਿਕ ਐਸਿਡ ਐਂਡ ਕਲੋਰੋ ਐਸਟਿਕ ਐਸਿਡ ਵਿਚ ਇਜ਼ ਮੋਰ ਐਸਿਡਿਕ ਐਂਡ ਵਾਈ, ਇਹਨੂੰ ਛੱਡ ਦਿਓ ਫਿਲਹਾਲ ਲਈ। ਹੁਣ ਦੇਖੋ ਇਹਨੂੰ ਆਪਾਂ ਐਸਿਡ ਕਾਹਦੇ ਬੋਲਦੇ ਹਾਂ, ਐਸਿਡ ਇਹਨੂੰ ਤਾਂ ਬੋਲਦੇ ਹਾਂ ਕਿਉਂਕਿ ਆ ਆਕਸੀਜਨ ਤੇ ਹਾਈਡਰੋਜਨ ਦੇ ਵਿੱਚੋਂ ਇਲੈਕਟ੍ਰੋਨੈਗੇਟਿਵ ਕੌਣ ਆ, ਆਕਸੀਜਨ ਇਲੈਕਟ੍ਰੋਨੈਗੇਟਿਵ ਆ। ਆਕਸੀਜਨ ਕੀ ਕਰਦੀ ਆ, ਆਕਸੀਜਨ ਵਿਚਾਰਿਆਂ ਨੇ ਸ਼ੇਅਰ ਕਰਕੇ ਬੌਂਡ ਬਣਾਇਆ ਹੁੰਦਾ ਆ। ਆਕਸੀਜਨ ਇਲੈਕਟ੍ਰੋਨੈਗੇਟਿਵ, ਇਲੈਕਟ੍ਰੋਨੈਗੇਟਿਵ ਮੀਨਸ ਭੁੱਖੀ ਆ। ਇਹ ਚਪੇੜ ਮਾਰਦੀ ਹਾਈਡਰੋਜਨ ਦੇ, ਉਹਦੇ ਕੋਲੋਂ ਇਲੈਕਟ੍ਰੋਨ ਖੋਹ ਲੈਂਦੀ ਹੈ। ਜਿੱਦਾਂ ਹਾਈਡਰੋਜਨ ਕੋਲੋਂ ਇਲੈਕਟ੍ਰੋਨ ਖੋਹ ਲਿਆ, ਹਾਈਡਰੋਜਨ ਦਾ ਕੀ ਬਚਣਾ ਫਿਰ, ਹਾਈਡਰੋਜਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੁੰਦੀ 1s1। ਜੇ ਇੱਕ ਇਲੈਕਟ੍ਰੋਨ ਖੋਹ ਲਿਆ ਉਹਦੇ ਕੋਲ ਕਿਆ ਆ ਜਾਣੀ 1s0, ਮਤਲਬ ਕਿ ਉੱਥੇ ਕਿਹੜਾ ਚਾਰਜ ਆ ਜਾਣਾ, ਕੋਈ ਪੋਜ਼ਿਟਿਵ ਚਾਰਜ ਆ ਜਾਣਾ, ਠੀਕ ਹੈ। ਜੇ H ਪੋਜ਼ਿਟਿਵ ਬਾਹਰ ਜਾਂਦਾ ਪਿਆ ਆ, ਆਪਾਂ ਕੀ ਕਹਿ ਦਿੰਦੇ ਆ ਇਟ ਰਿਲੀਜ਼ਸ H ਪੋਜ਼ਿਟਿਵ, ਦੇਅਰਫੋਰ ਇਟ ਇਜ਼ ਕਾਲਡ ਐਸਿਡ। ਛੋਟੀਆਂ ਕਲਾਸਾਂ 'ਚ ਪੜ੍ਹਦੇ ਆ ਨਾ। ਬੇਸਿਕਲੀ ਹੁੰਦਾ ਕੀ ਹੈ, H ਪੋਜ਼ਿਟਿਵ ਬਾਹਰ ਕਾਹਤੇ ਜਾਂਦਾ ਆ, ਕਿਉਂਕਿ ਆਕਸੀਜਨ ਇਲੈਕਟ੍ਰੋਨੈਗੇਟਿਵ ਆ, ਉਹ ਇੱਧਰੋਂ ਇਲੈਕਟ੍ਰੋਨ ਖਿੱਚ ਲੈਂਦੀ ਹੈ, ਠੀਕ ਹੈ। ਇਲੈਕਟ੍ਰੋਨ ਜਦੋਂ ਖਿੱਚ ਲੈਂਦੀ ਹੈ H ਪੋਜ਼ਿਟਿਵ ਬਾਹਰ ਚਲ ਜਾਂਦਾ, ਤਾਂ ਆਪਾਂ ਇਹਨੂੰ ਐਸਿਡ ਬੋਲਦੇ ਪਏ ਹਾਂ, ਠੀਕ ਹੈ। ਹੁਣ ਦੇਖੋ ਜੇ ਆਪਾਂ ਇਹਨਾਂ ਦੋਨਾਂ ਨੂੰ ਕੰਪੇਅਰ ਕਰੀਏ, ਆਕਸੀਜਨ ਨੇ ਇਲੈਕਟ੍ਰੋਨ ਖਿੱਚਿਆ, ਹਾਈਡਰੋਜਨ ਕੋਲੋਂ ਇਲੈਕਟ੍ਰੋਨ ਖੋਹ ਲਿਆ, H ਪੋਜ਼ਿਟਿਵ ਬਾਹਰ ਚਲ ਗਏ, ਠੀਕ ਹੈ। ਦੂਸਰਾ ਕੇਸ ਫਿਰ ਉਹੀ ਚੀਜ਼ ਹੈ, ਇੰਨੀ ਚੀਜ਼ ਛੱਡ ਦਿਓ। ਪਹਿਲਾਂ ਹਾਈਡਰੋਜਨ ਕੋਲੋਂ ਆਕਸੀਜਨ ਨੇ ਇਲੈਕਟ੍ਰੋਨ ਖਿੱਚਣਾ, ਬਟ ਹੁਣ ਦੇਖੋ ਕਲੋਰੀਨ ਗਰੁੱਪ ਜਿਹੜਾ ਲੱਗਾ ਹੋਇਆ, ਕਲੋਰਾਈਡ ਗਰੁੱਪ, ਇਹਦਾ ਕਿਹੜਾ ਨੇਚਰ ਹੁੰਦਾ ਆ, ਇਹਦਾ ਨੇਚਰ ਹੁੰਦਾ ਇਲੈਕਟ੍ਰੋਨ ਵਿਦਡਰਾਇੰਗ। ਇਹ ਕਹਿੰਦਾ ਮੈਨੂੰ ਵੀ ਇਲੈਕਟ੍ਰੋਨ ਚਾਹੀਦੇ ਆ, ਇਹਦੇ ਕੋਲ ਤਾਂ ਇਲੈਕਟ੍ਰੋਨ ਹੈ ਨਹੀਂ, ਇਹਨੇ ਅੱਗੇ ਖਿੱਚੇ। ਮਤਲਬ ਕਿ ਇੱਕ ਤਾਂ ਆਕਸੀਜਨ ਹਾਈਡਰੋਜਨ ਕੋਲੋਂ ਇਲੈਕਟ੍ਰੋਨ ਖਿੱਚ ਰਹੀ ਹੈ, ਇੱਕ ਕਲੋਰੀਨ ਹੋਰ ਤਕੜੀ ਭੁੱਖ ਆ ਗਈ, ਉਹ ਕਹਿੰਦੀ ਮੈਨੂੰ ਵੀ ਇਲੈਕਟ੍ਰੋਨ ਚਾਹੀਦੇ ਆ। ਹੁਣ ਇਹਦੇ ਵਿੱਚ ਦੇਖੋ, ਇਹਦੇ ਵਿੱਚ ਕੀ ਸੀਗਾ, ਇਹਦੇ ਵਿੱਚ ਕੋਈ ਮਗਰ ਇਹਦੇ ਕੋਲ ਭੁੱਖ ਨਹੀਂ ਸੀਗੀ, ਤਾਂ ਕਰਕੇ ਇਹਦੇ ਵਿੱਚ H ਪੋਜ਼ਿਟਿਵ ਬਾਹਰ ਜਾਂਦਾ, ਠੀਕ ਹੈ। ਇਹਦੇ ਵਿੱਚ ਇੱਕ ਹੋਰ ਚੀਜ਼ ਆ ਗਈ ਇਲੈਕਟ੍ਰੋਨੈਗੇਟਿਵ, ਹੋਰ ਤਕੜੀ ਭੁੱਖ ਆ ਗਈ, ਉਹਨੇ ਕੀ ਕਹਿੰਦੀ ਹੈ ਮੈਨੂੰ ਵੀ ਇਲੈਕਟ੍ਰੋਨ ਚਾਹੀਦੇ ਆ, ਆਕਸੀਜਨ ਨੂੰ ਵੀ ਚਾਹੀਦੇ ਆ, ਇਹਨੂੰ ਵੀ ਚਾਹੀਦੇ ਆ। ਇਹਨਾਂ ਨੇ ਦਬਾ ਦਬ ਹਾਈਡਰੋਜਨ 'ਤੇ ਚਪੇੜਾਂ ਮਾਰਨੀਆਂ, ਠੀਕ ਹੈ, H ਪੋਜ਼ਿਟਿਵ ਬਾਹਰ। ਹੁਣ ਦੇਖੋ ਕਿਹੜੇ ਕੇਸ ਦੇ ਵਿੱਚ ਇੱਥੇ ਸਿਰਫ ਇੱਕ ਭੁੱਖ ਸੀਗੀ, ਇੱਧਰ ਕਿੰਨੀਆਂ ਭੁੱਖਾਂ, 2 ਭੁੱਖਾਂ, ਠੀਕ ਹੈ। ਕਿਹੜੇ ਕੇਸ ਦੇ ਵਿੱਚ H ਪੋਜ਼ਿਟਿਵ ਜਲਦੀ ਬਾਹਰ ਜਾਊਗਾ, 2 ਵਾਲੇ ਕੇਸ ਦੇ ਵਿੱਚ, ਠੀਕ ਹੈ। ਸੋ ਜਿਹੜਾ ਕਲੋਰੋ ਐਸਟਿਕ ਐਸਿਡ ਇਜ਼ ਮੋਰ ਐਸਿਡਿਕ ਦੈਨ ਦਿਸ ਵਨ, ਠੀਕ ਹੈ। ਗੱਲ ਸਮਝ ਲੱਗੀ ਕਿ ਕਲੋਰੋ ਐਸਟਿਕ ਐਸਿਡ ਜ਼ਿਆਦਾ ਐਸਿਡਿਕ ਹੁੰਦਾ ਐਜ਼ ਕੰਪੇਅਰ ਟੂ ਐਸਟਿਕ ਐਸਿਡ, ਠੀਕ ਹੈ। ਹੁਣ ਮੈਂ ਹੋਰ ਐਗਜ਼ਾਮਪਲ ਕਰਨ ਲਈ 2-3 ਚੀਜ਼ਾਂ ਲਿਖ ਦਿੰਦਾ, ਠੀਕ ਹੈ।
एक मैं लिखता फ्लोरोएस्टिक एसिड, फिर लिखता क्लोरोएस्टिक एसिड, फिर एक लिख दिनी ब्रोमोएस्टिक एसिड। ਹੁਣ ਦੇਖੋ ਇਹਦੇ ਵਿੱਚ ਇੱਕ ਤਾਂ ਇਹ ਸਾਰਿਆਂ ਦੇ ਵਿੱਚ ਆਕਸੀਜਨ ਇਲੈਕਟ੍ਰੋਨੈਗੇਟਿਵ ਆ, ਇਹਦੇ ਵਿੱਚ ਫਲੋਰੀਨ ਆ ਭੁੱਖ, ਇਹਦੇ ਵਿੱਚ ਕਲੋਰੀਨ ਆ, ਇਹਦੇ ਵਿੱਚ ਬਰੋਮੀਨ ਆ। ਇਹਨਾਂ ਸਾਰਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਭੁੱਖਾ ਕੌਣ ਆ? ਭੁੱਖਾ ਮੀਨਸ ਇਲੈਕਟ੍ਰੋਨੈਗੇਟਿਵ। ਫਲੋਰੀਨ ਇਜ਼ ਮੋਸਟ ਇਲੈਕਟ੍ਰੋਨੈਗੇਟਿਵ, ਠੀਕ ਹੈ, ਸਭ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਇਹ ਆ। ਹੁਣ ਆਕਸੀਜਨ ਤਾਂ ਖਿੱਚਦੀ ਹੀ ਪਈ ਆ, ਨਾਲ ਫਲੋਰੀਨ ਖਿੱਚਣ ਲੱਗ ਪਈ, ਇਹਦੇ ਵਿੱਚ ਕਲੋਰੀਨ ਖਿੱਚਦੀ ਪਈ ਆ। जितना ज़्यादा इलेक्ट्रोनेगेटिव उन्नी ज़्यादा इन्होंने कहना मुझे इलेक्ट्रॉन चाहिए, मुझे इलेक्ट्रॉन चाहिए। उन्नी तेज़ इलेक्ट्रॉन खिंचने आ, उन्नी जल्दी एच पॉजिटिव बाहर जाना आ। सो सब तो ज़्यादा एसिडिक किहड़ी आनी आ? फ्लोरोएस्टिक एसिड, उस तो घट क्लोरो, उस तो घट ब्रोमो, ठीक है। जे आपां थोड़ा एक होर एग्जाम्पल कर लईए, ठीक है, ਇਹਨੂੰ ਬੋਲਦੇ ਆ ਟ੍ਰਾਈਕਲੋਰੋਐਸਟਿਕ ਐਸਿਡ। ਫਿਰ ਉਹਦੇ ਬਾਅਦ 'ਚ ਆ ਜਾਂਦੀ ਆ ਡਾਈਕਲੋਰੋਐਸਟਿਕ ਐਸਿਡ। ਸਮਝ ਲੈਣੀ, ਠੀਕ ਹੈ, ਮੇਰੇ ਅਕੋਰਡਿੰਗ ਤੁਹਾਨੂੰ ਸਮਝ ਆ ਰਿਹਾ ਹੈ, ਠੀਕ ਹੈ। ਇਹ ਹੈਗਾ ਆ, ਇਹਦੇ ਵਿੱਚ ਹੁਣ ਦੇਖੋ ਕਿੰਨੇ, ਇੱਕ ਤਾਂ ਇਹ ਸੀਗਾ, ਇਹਦੇ ਵਿੱਚ 3 ਭੁੱਖਾਂ ਹੋਰ ਟੱਕਰ ਗਈਆਂ। ਕਲੋਰੀਨ ਨੂੰ ਮੈਂ ਭੁੱਖ ਬੋਲਦਾ ਪਿਆ, ਠੀਕ ਹੈ। ਇਹਦੇ ਵਿੱਚ 1 2 3 4 ਜਾਣੇ ਹੋ ਗਏ, ਇਹਦੇ ਵਿੱਚ ਐਚ ਪੋਜ਼ਿਟਿਵ ਵਿਚਾਰੇ ਦੇ ਸਾਰਿਆਂ ਨੇ ਦਬਦਬ ਚਪੇੜਾਂ ਸਿੱਟੀਆਂ ਐਚ ਪੋਜ਼ਿਟਿਵ ਬਾਹਰ। ਸਭ ਤੋਂ ਜ਼ਿਆਦਾ ਐਸਿਡਿਕ ਇਹ ਵਾਲਾ ਹੋਣਾ ਆ, ਉਸ ਤੋਂ ਘੱਟ ਇਹ ਵਾਲਾ। ਜਿੰਨੇ ਜ਼ਿਆਦਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੋਣਗੇ ਉਨਾ ਐਸਿਡਿਕ ਜ਼ਿਆਦਾ ਹੋਊਗਾ, ਠੀਕ ਹੈ। ਇਹ ਚੀਜ਼ ਯਾਦ ਰੱਖਣੀ ਹੈ, ਠੀਕ ਹੈ। ਜਿੰਨੇ ਜ਼ਿਆਦਾ ਐਸਿਡਿਕ ਗਰੁੱਪ, ਜਿੰਨੇ ਜ਼ਿਆਦਾ ਇਲੈਕਟ੍ਰੋਨੈਗੇਟਿਵ ਗਰੁੱਪ ਉਨਾ ਜ਼ਿਆਦਾ ਐਸਿਡਿਕ 2 ਆ, ਤਾਂ ਕਰਕੇ ਇਹਦੇ ਕੰਪੈਰੀਜ਼ਨ 'ਚ ਇਹ ਘੱਟ ਹੋਣਾ, ਇਹ ਸਭ ਤੋਂ ਘੱਟ ਹੋਣਾ ਜੇ ਤਿੰਨਾਂ ਨੂੰ ਕੰਪੇਅਰ ਕਰੀਏ, ਠੀਕ ਹੈ। ਚਲੋ ਇੱਕ ਹੁਣ ਲਿਖ ਲੈਂਦੇ ਆ, ਇਹ ਹੈਗਾ ਤੁਹਾਡੇ ਕੋਲ ਫਾਰਮਿਕ ਐਸਿਡ, ਫਿਰ ਉਹਦੇ ਬਾਅਦ ਵਿੱਚ ਆ ਜਾਂਦਾ ਹੈ ਚਲੋ नहीं आ कर लेने, फिर वो बाद पहला नहीं लिखना सीगा। ਹੁਣ ਦੇਖੋ ਬੱਚੇ, ਇਹਦੇ ਵਿੱਚ ਕੀ ਆ, ਆਕਸੀਜਨ ਨੇ ਇਲੈਕਟ੍ਰੋਨ ਖਿੱਚਣਾ, ਐਚ ਪੋਜ਼ਿਟਿਵ ਬਾਹਰ ਆਣਾ। ਇਹਦੇ ਵਿੱਚ ਆਕਸੀਜਨ ਨੇ ਇਲੈਕਟ੍ਰੋਨ ਖਿੱਚਣਾ। ਹੁਣ ਜਿਹੜਾ ਮਿਥਾਈਲ ਗਰੁੱਪ ਆ, ਇਹਦਾ ਨੇਚਰ ਕਿਹੜਾ ਹੁੰਦਾ ਆ? ਆਪਾਂ ਇਹਦਾ ਨੇਚਰ ਪੜ੍ਹ ਕੇ ਆਏ, ਇਲੈਕਟ੍ਰੋਨ ਰਿਲੀਜ਼ਿੰਗ। ਹੁਣ ਆਕਸੀਜਨ ਨੂੰ ਇਲੈਕਟ੍ਰੋਨ ਚਾਹੀਦੇ ਆ, ਇਹਨੇ ਉਹਨੂੰ ਕਹਿਣਾ ਕਿ ਤੂੰ ਭਾਈ ਆਕਸੀਜਨ, ਭਾਈ ਤੂੰ ਇਹਦੇ ਕੋਲੋਂ ਇਲੈਕਟ੍ਰੋਨ ਨਾ ਲੈ, ਤੈਨੂੰ ਇਲੈਕਟ੍ਰੋਨ ਮੈਂ ਦੇ ਦਿੰਦਾ, ਤੂੰ ਘਬਰਾ ਨਾ, ਠੀਕ ਹੈ। ਹੁਣ ਆਕਸੀਜਨ ਆ, ਠੀਕ ਹੈ, ਉਹਨੇ ਜੇ ਉਹ ਇੱਧਰ ਇਹ ਨਾ ਹੁੰਦਾ ਤਾਂ ਉਹਨੇ ਇਹਦੇ ਕੋਲੋਂ ਖੋਣੇ ਸੀ। ਹੁਣ ਉਹਨੂੰ ਥੋੜ੍ਹੇ ਜਿਹੇ ਇਲੈਕਟ੍ਰੋਨ ਇੱਧਰੋਂ ਵੀ ਮਿਲਦੇ ਪਏ ਆ, ਠੀਕ ਹੈ, ਉਹਨੂੰ ਆਸ ਹੈਗੀ ਹੈ ਕਿ ਇੱਧਰੋਂ ਵੀ ਇਲੈਕਟ੍ਰੋਨ ਆਉਣੇ ਆ, ਤਾਂ ਕਰਕੇ ਇਹਨੇ ਹਾਈਡਰੋਜਨ ਦੇ ਹਲਕੀ ਜਿਹੀ ਚਪੇੜ ਮਾਰਨੀ, ਜ਼ਿਆਦਾ ਜ਼ੋਰ ਨਾਲ ਚਪੇੜ ਨਹੀਂ ਮਾਰਨੀ, ਠੀਕ ਹੈ। ਇਹਦੇ ਵਿੱਚ ਇਹਨੂੰ ਪਿੱਛੇ ਕੋਈ ਆਸ ਨਹੀਂ ਦਿਸਦੀ ਪਈ, ਤਾਂ ਕਰਕੇ ਚਪੇੜ ਮਾਰੀ, ਇਲੈਕਟ੍ਰੋਨ ਖੋਹ ਲਿਆ, ਠੀਕ ਹੈ। ਇਹਦੇ ਵਿੱਚ ਇੱਧਰ ਇਹਨੂੰ ਆਸ ਦਿਸਦੀ ਪਈ ਹੈ, ਤਾਂ ਕਰਕੇ ਇਹਨੇ ਥੋੜ੍ਹਾ ਹੌਲੀ ਚਪੇੜ ਮਾਰਨੀ ਹੈ, ਐਚ ਪੋਜ਼ਿਟਿਵ ਨੇ ਹੌਲੀ ਬਾਹਰ ਨਿਕਲਣਾ ਹੈ, ਠੀਕ ਹੈ। ਹੁਣ ਇਹਨਾਂ ਦੋਨਾਂ ਦੇ ਵਿੱਚੋਂ ਜ਼ਿਆਦਾ ਐਸਿਡਿਕ ਕਿਹੜਾ ਹੋਣਾ ਆ? ਫਾਰਮਿਕ ਐਸਿਡ ਮੋਰ ਐਸਿਡਿਕ ਦੈਨ ਐਸਟਿਕ ਐਸਿਡ, ਠੀਕ ਹੈ ਨਾ। ਇੱਦਾਂ ਹੀ ਅੱਗੇ ਵਾਲਾ ਸਿਸਟਮ ਚੱਲਣਾ ਹੈ, ਠੀਕ ਹੈ। ਇਹ ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਆ, ਤੁਸੀਂ ਇਨ ਸ਼ਾਰਟ ਯਾਦ ਕੀ ਰੱਖ ਲੈਣਾ, ਜਿਹੜੇ ਇਲੈਕਟ੍ਰੋਨ ਵਿਦ ਡਰਾਇੰਗ ਗਰੁੱਪ ਆ ਜਿਹੜੇ, ਉਹ ਐਸਿਡਿਕ ਸਟਰੈਂਥ ਨੂੰ ਕੀ ਕਰਦੇ ਪਏ ਆ? ਐਸਿਡਿਕ ਸਟਰੈਂਥ ਨੂੰ ਇਨਕਰੀਜ਼ ਕਰਦੇ ਪਏ ਆ, ਠੀਕ ਹੈ। ਜਿਹੜੇ ਇਲੈਕਟ੍ਰੋਨ ਵਿਦ ਡਰਾਇੰਗ ਗਰੁੱਪ ਆ ਉਹ ਐਸਿਡਿਕ ਸਟਰੈਂਥ ਨੂੰ ਕੀ ਕਰ ਰਹੇ ਆ? ਇਨਕਰੀਜ਼ ਕਰ ਰਹੇ ਆ। ਤੇ ਜਿਹੜੇ ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਆ ਉਹ ਐਸਿਡਿਕ ਸਟਰੈਂਥ ਨੂੰ ਕੀ ਕਰ ਰਹੇ ਆ? ਐਸਿਡਿਕ ਸਟਰੈਂਥ ਨੂੰ
डिक्रीज़ कर रहा है, इन्नी चीज़ याद रखनी है। इलैक्ट्रॉन विदड्राइंग ग्रुप एसिडिक स्ट्रैंथ ਨੂੰ ਕੀ ਕਰ ਰਿਹਾ ਹੈ, ਇਨਕਰੀਜ਼ ਕਰ ਰਿਹਾ ਹੈ। ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਐਸਿਡਿਕ ਸਟਰੈਂਥ ਨੂੰ ਕੀ ਕਰ ਰਿਹਾ ਹੈ, ਡਿਕਰੀਜ਼ ਕਰ ਰਿਹਾ ਹੈ। ਤੇ ਇੱਥੋਂ ਹੀ ਤੁਸੀਂ ਆਈਡੀਆ ਲਗਾ ਸਕਦੇ ਆ ਜਿਹੜੇ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਹੋਣੇ ਆ। ਤਾਂ ਫਸਟ ਟੇਬਲ ਬਣ ਗਿਆ। ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਜਿਹੜੇ ਹੋਣੇ ਆ ਇਹਨਾਂ ਨੇ ਬੇਸਿਕ ਸਟਰੈਂਥ ਨੂੰ ਕੀ ਕਰਨਾ ਹੈ, ਬੇਸਿਕ ਸਟਰੈਂਥ ਨੂੰ ਕੀ ਕਰਨਗੇ, ਇਹ ਡਿਕਰੀਜ਼ ਕਰਨਗੇ। ਤੇ ਜਿਹੜੇ ਏ ਵਾਲੇ ਹੋਣੇ ਆ ਇਹਨਾਂ ਨੇ ਬੇਸਿਕ ਸਟਰੈਂਥ ਨੂੰ ਕੀ ਕਰਨਾ ਆ, ਇਨਕਰੀਜ਼ ਕਰਨਾ ਹੈ। ਬੇਸਿਕ ਸਟਰੈਂਥ ਨੂੰ ਕੀ ਕਰਨਾ ਹੈ, ਇਨਕਰੀਜ਼ ਕਰਨਾ ਹੈ। ਇਹ ਵਾਲਾ ਟੇਬਲ ਆਪਣੀ ਕਾਪੀ ਤੇ ਬਣਾ ਲੈਣਾ, ਇਹਦੇ ਅਕੋਰਡਿੰਗ ਤੁਹਾਡੇ ਮੈਕਸਿਮਮ ਕੁਐਸਚਨ ਹੋ ਜਾਣੇ ਆ। ਠੀਕ ਹੈ, ਚਲੋ ਇੱਕ ਐਗਜ਼ਾਮਪਲ ਕਰਵਾ ਦਿੰਦਾ ਹੁਣ ਬੇਸਿਕ ਸਟਰੈਂਥ ਵਾਲੀ। ਠੀਕ ਹੈ, ਤੇ ਟਾਈਮ ਦੀਆਂ ਗੱਲਾਂ ਆ। ਰਿਲੇਟਿਵ ਬੇਸਿਕ ਸਟਰੈਂਥ, ਹੁਣ ਦੇਖੋ ਆਪਾਂ ਐਗਜ਼ਾਮਪਲ ਲੈਣੀ ਆ ਅਮੋਨੀਆ NH3 ਲਿਖ ਦਿਓ, ਇਹਦੇ ਕੋਲ ਲੋਨ ਪੇਅਰ 2। ਠੀਕ ਹੈ, ਇੱਦਾਂ ਸਟਰਕਚਰ ਹੁੰਦੀ ਨਹੀਂ, ਮੈਂ ਸਿਰਫ ਆਪਾਂ ਇਹ ਕੰਸੈਪਟ ਕਰਦੇ ਪਏ ਬੇਸਿਕ ਸਟਰੈਂਥ ਵਾਲਾ, ਤਾਂ ਮੈਂ ਇਹਨੂੰ ਇਸ ਤਰ੍ਹਾਂ ਲਿਖ ਰਿਹਾ ਹਾਂ। C2H5 ਤੇ ਨਾਲ ਹਾਈਡਰੋਜਨ ਲਗਾਤਾ। ਠੀਕ ਹੈ, ਤੇ ਜੇ ਹੁਣ ਆਪਾਂ ਇਹਨਾਂ ਦੋਨਾਂ ਦੀ ਗੱਲ ਕਰੀਏ, ਆਊਟ ਆਫ ਅਮੋਨੀਆ ਐਂਡ ਇਥਾਈਲ ਅਮੀਨ ਵਿਚ ਇਜ਼ ਮੋਰ ਬੇਸਿਕ। ਹੁਣ ਬੇਸ ਕਿਹੜਾ ਹੁੰਦਾ ਆ ਅਕੋਰਡਿੰਗ ਟੂ ਲੂਇਸ ਕੰਸੈਪਟ। ਲੂਇਸ ਕੰਸੈਪਟ ਦੇ ਅਕੋਰਡਿੰਗ ਬੇਸ ਕੀ ਸੀਗਾ, ਜਿਹੜਾ ਡੋਨੇਟ ਕਰ ਸਕਦਾ। ਠੀਕ ਹੈ ਨਾ, ਵਿਚ ਡੋਨੇਟ ਇਲੈਕਟ੍ਰੋਨਸ, ਜਿਹੜਾ ਇਲੈਕਟ੍ਰੋਨ ਡੋਨੇਟ ਕਰ ਸਕਦਾ ਉਹ ਕੀ ਆ, ਬੇਸਿਕ ਆ, ਬੇਸ ਆ ਉਹ। ਹੁਣ ਅਮੋਨੀਆ ਕੋਲ ਇਲੈਕਟ੍ਰੋਨ ਹੈਗੇ ਆ, ਅਮੋਨੀਆ ਇਲੈਕਟ੍ਰੋਨ ਦਾਨ ਕਰ ਸਕਦਾ। ਠੀਕ ਹੈ, ਇਹਨੇ ਡੋਨੇਟ ਕਰ ਦਿੱਤੇ। ਹੁਣ ਇਹਦੇ ਕੋਲ ਇਲੈਕਟ੍ਰੋਨ ਇਥਾਈਲ ਅਮੀਨ ਕੋਲ ਵੀ ਹੈਗੇ ਆ, ਬਟ ਇਹਦੇ ਕੋਲ ਇੱਕ ਪਿੱਛੇ ਹੋਰ ਦਾਨੀ ਸੱਜਣ ਆ, ਉਹ ਕਹਿੰਦਾ ਤੂੰ ਇਲੈਕਟ੍ਰੋਨ ਦਾਨ ਕਰ, ਤੈਨੂੰ ਇਲੈਕਟ੍ਰੋਨ ਮੈਂ ਵੀ ਦੇ ਦਿੰਦਾ ਆ। ਇਹਨੇ ਕੀ ਕਹਿਣਾ ਕਿ ਤੂੰ ਇਲੈਕਟ੍ਰੋਨ ਦਾਨ ਕਰ, ਤੈਨੂੰ ਇਲੈਕਟ੍ਰੋਨ ਮੈਂ ਵੀ ਦੇ ਦੂੰਗਾ। ਬਟ ਇਹਦੇ ਵਿੱਚ ਨਾਈਟ੍ਰੋਜਨ ਕੋਲ ਜਿਹੜੇ ਆਪਣੇ ਇਲੈਕਟ੍ਰੋਨ ਆ ਉਹੀ ਦਾਨ ਕਰ ਸਕਦਾ। ਇਹਦੇ ਕੋਲ ਪਿੱਛੇ ਜਿਹੜੇ ਸਪੋਰਟਰ ਹੈ ਨਹੀਂ ਉਹ ਕੋਈ, ਇਹਦੇ ਕੋਲ ਸਪੋਰਟਰ ਹੈਗੇ ਆ। ਫਿਰ ਇਹਨਾਂ ਦੋਨਾਂ ਦੇ ਕੰਪੈਰੀਜ਼ਨ ਦੇ ਵਿੱਚ ਜ਼ਿਆਦਾ ਬੇਸਿਕ ਕਿਹੜਾ ਹੋਣਾ ਆ, ਜਿਹੜਾ ਜਿੰਨਾ ਜਲਦੀ ਇਲੈਕਟ੍ਰੋਨ ਦਾਨ ਕਰੂਗਾ। ਇਹਨਾਂ ਦੋਨਾਂ ਦੇ ਵਿੱਚੋਂ ਇਲੈਕਟ੍ਰੋਨ ਡੋਨੇਟ ਜਲਦੀ ਕੌਣ ਕਰ ਸਕਦਾ ਆ, ਇਥਾਈਲ ਅਮੀਨ। ਸੋ ਇਥਾਈਲ ਅਮੀਨ ਇਜ਼ ਮੋਰ ਬੇਸਿਕ। ਇਹ ਕੀ ਹੈ, ਮੋਰ ਬੇਸਿਕ ਆ ਐਜ਼ ਕੰਪੇਅਰ ਟੂ ਅਮਾਈਨ। ਠੀਕ ਹੈ, ਇਸ ਤਰ੍ਹਾਂ ਚੱਲਣਾ ਆ ਕੰਮ। ਓਕੇ, ਚਲੋ ਇੱਕ ਹੋਰ ਕੁਐਸਚਨ ਕਰ ਲੈਂਦੇ ਇੱਧਰ ਛੋਟਾ ਜਿਹਾ। ਠੀਕ ਹੈ ਨਾ, ਲਾਈਨ ਲਗਾ ਕੇ। ਇੱਕ ਤੁਹਾਡੇ ਕੋਲ ਹੈਗੀ ਆ C2H5 NH2। ਠੀਕ ਹੈ, ਇਥਾਈਲ ਅਮੀਨ ਦੂਸਰੇ ਪਾਸੇ ਸਾਡੇ ਕੋਲ ਹੈਗੀ ਆ ਇਹਨੂੰ ਤਾਂ ਐਨੀਲੀਨ ਬੋਲਦੇ ਆ। ਠੀਕ ਹੈ, ਜੇ ਤੁਹਾਨੂੰ ਯਾਦ ਹੋਵੇ। ਹੁਣ ਇਹਨਾਂ ਦੋਨਾਂ ਦੇ ਵਿੱਚੋਂ ਜ਼ਿਆਦਾ ਬੇਸਿਕ ਕਿਹੜਾ ਹੋਊਗਾ, ਇਹਨਾਂ ਦੋਨਾਂ ਦੇ ਵਿੱਚੋਂ ਜ਼ਿਆਦਾ ਬੇਸਿਕ ਕਿਹੜਾ ਹੋਣਾ ਆ, ਤੁਸੀਂ ਪੜ੍ਹਿਆ ਹੋਇਆ ਆ ਉੱਪਰ ਆਪਾਂ ਵੀਡੀਓ ਦੇ ਵਿੱਚ। ਜਿਹੜਾ ਇਥਾਈਲ ਅਮੀਨ ਆ ਇਹਨੇ ਕੀ ਕਰਨਾ ਆ, ਇਹਨੇ ਇਲੈਕਟ੍ਰੋਨ ਡੋਨੇਟ ਕਰਨੇ ਆ, ਮਤਲਬ ਇਹਦਾ ਪਲੱਸ ਆਈ ਇਫੈਕਟ ਆ। ਠੀਕ ਹੈ, ਇਹ ਕੀ ਆ, ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਆ। ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਨੇ ਕੀ ਕਰਨਾ ਆ, ਬੇਸਿਕ ਸਟਰੈਂਥ ਇਨਕਰੀਜ਼ ਕਰਨੀ ਆ। ਜਿਹੜੀ ਬੈਂਜ਼ੀਨ ਰਿੰਗ ਆ ਇਹਦਾ ਇਲੈਕਟ੍ਰੋਨ ਵਿਦਡਰਾਇੰਗ ਨੇਚਰ ਆ, ਇਹਨੇ ਇਲੈਕਟ੍ਰੋਨ ਖਿੱਚਣੇ ਆ। ਠੀਕ ਹੈ, ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਇਹਨੇ ਬੇਸਿਕ ਸਟਰੈਂਥ ਨੂੰ ਕੀ ਕਰਨਾ, ਡਿਕਰੀਜ਼ ਕਰਨਾ। ਇਹਦੇ ਵਿੱਚੋਂ ਉੱਪਰ ਵਾਲਾ ਕੀ ਹੋਣਾ, ਮੋਰ ਬੇਸਿਕ। ਇਸ ਤਰ੍ਹਾਂ ਚੱਲਣਾ ਹੈ। ਠੀਕ ਹੈ, ਹੁਣ ਇਹਦੇ ਵਿੱਚ ਦੇਖੋ ਕੀ ਹੈ, ਇਹਦੇ ਵਿੱਚ ਇਲੈਕਟ੍ਰੋਨ ਤਾਂ ਪੜ੍ਹੇ ਹੀ ਲੈ। ਨਾਈਟ੍ਰੋਜਨ ਕੋਲ 2 ਲੋਨ ਪੇਅਰ 2 ਇਲੈਕਟ੍ਰੋਨ ਹੈਗੇ ਆ, ਪਿੱਛੇ ਉਹਦੇ ਆ ਸਪੋਰਟ ਲਈ ਖੜਾ ਇਥਾਈਲ ਗਰੁੱਪ। ਉਹ ਕਹਿੰਦਾ ਦਾਨ ਕਰ, ਮੈਂ ਹੈਗਾ ਤੈਨੂੰ, ਮੈਂ ਇਲੈਕਟ੍ਰੋਨ ਦੇ ਦੂੰਗਾ। ਤਾਂ ਕਰਕੇ ਇਹਨੇ ਇਲੈਕਟ੍ਰੋਨ ਜਲਦੀ ਦੇ ਦੇਣੇ ਆ। ਇਹ ਬੇਸਿਕ ਹੋ ਗਿਆ। ਇਹਦੇ ਵਿੱਚ ਕੀ ਆ, ਉਹਦੇ ਕੋਲ 2 ਇਲੈਕਟ੍ਰੋਨ ਪਏ ਹੋਏ ਆ। ਉਹ ਕਹਿੰਦਾ ਨਾਈਟ੍ਰੋਜਨ ਨੂੰ ਕਹਿੰਦਾ ਭਰਾਵਾ ਨਾ ਦੇ ਇਲੈਕਟ੍ਰੋਨ, ਤੇਰੇ ਵਾਲੇ ਤਾਂ ਮੈਂ ਖੋਣੇ ਆ। ਠੀਕ ਹੈ, ਤਾਂ ਕਰਕੇ ਇਹਨੇ ਤਾਂ ਇਲੈਕਟ੍ਰੋਨ ਦੇ ਹੀ ਨਹੀਂ ਸਕਦਾ, ਇਹ ਲੈਸ ਬੇਸਿਕ। ਠੀਕ ਹੈ, ਇਸ ਤਰ੍ਹਾਂ ਚੱਲਣਾ ਆ ਕੰਮ।
ਇਹਨੂੰ ਚੰਗੀ ਤਰ੍ਹਾਂ ਦੇਖ ਲਿਓ। +2 ਦੇ ਵਿੱਚ ਸਾਰੇ ਮੋਸਟਲੀ ਕਾਫੀ ਪਾਰਟ ਇਹਦੇ ਨਾਲ ਹੀ ਸੋਲਵ ਹੁੰਦਾ ਹੈ। ਠੀਕ ਹੈ, ਓਕੇ। ਅੱਜ ਲਈ ਇੰਨਾ ਹੀ ਕਰਨਾ, ਬਾਕੀ ਆਪਾਂ ਅਗਲਾ ਇਫੈਕਟ ਕੱਲ੍ਹ ਕਰਾਂਗੇ। ਓਕੇ, ਥੈਂਕ ਯੂ ਬੱਚੇ।